गुरु साहिब जी। सलोक महला पंजवा। खखड़ियाँ सुहावियाँ लगड़ियाँ अक कंठ। बिरह विछोड़ा धनी स्यों नानक सहसै गंठ। महला पंजवा। विसारिंदे मर गए मर पै ना सकह मूल। बेमुख होए राम ते ज्यों तस्कर उपर सूल। पौड़ी। सुख निदान प्रभ एक है अबनासी सुनिया। जल थल मैयल पूरिया कट कट हर भणिया। ऊच नीच सब एक समान कीट हस्ती बनिया। मीत सखा सुत बंदिपो सब तिस दे जणिया। तुस नानक देवै जिस नाम तिन हर रंग मणिया। तिन हर रंग मणिया। कबीर मानस जन्म दुलंभ है होए ना बारंबार। ज्यों बन फल पाके फुए गिरह बौर ना लगे लार। ज़हरा ज़हूर हाजरा हजूर। सर्व कला भरपूर समरथ गुरु लोक परलोक दे रखियक। बाणी के बोहित ज्ञान दे सागर बख्शिंद पिता सरगुण निर्गुण निरंकार सुन सुमधि आप। सतगुरां दी भगतां दी भट्टां सिखां दी बाणी दी जोत। धन धन श्री गुरु ग्रंथ साहिब महाराज जी की पावन पवित्र गोद हजूरी दे विच गुरु शब्द दे नाल जुड़ बैठी जुड़ रही सत्संगत जी। धनता दे योग असीं सब वडभागे हाँ। सतगुरु जी की मेहर किरपा हुई है जीवन दे चलदियां जीवन दे रहिंदियां सवासां दे चलदियां सानू सच की कमाई करन दा समा मिले। सानू समा मिलिया जीवन दे विच जो अपने समय नूं दिते हुए रब द्वारा परमात्मा ही सबनों समा बख्शदा है और परमात्मा ही समा खो लैंदा है। परमात्मा ने सानू सारियां नूं समा अज बख्शिया होया कल दा पता नहीं। सो जिहड़ा समा बख्शिया होया उहदे विच उहनूं याद कर लईए। बाकी समा तो सानू पता ही है किवें साडा लंघदा है। बाकी दिन भर किवें लंघदा है, रात किवें लंघदी है, दोपहर शाम किवें लंघदी है सानू पता है। सो जिन्ना भी समा गुरु की याद विच गुजर जाए कहंदे बहुत चंगा हुंदा। सफल मूरत सफला घड़ी जित सच्चे नाल प्यार। कहंदे दुख संताप न लगे जिस हर का नाम आधार। सो गुरु साहब ने समा दिता है। शुक्र है महाराज जी आप जी का
ਇਸੇ ਤਰ੍ਹਾਂ ਸਤਸੰਗ ਦਾ ਸਮਾਂ ਹੀ ਬਣਾਉਂਦੇ ਰਹਿਣਾ, ਬਖਸ਼ਦੇ ਰਹਿਣਾ। ਜ਼ਿੰਦਗੀ ਦੀ ਯਾਤਰਾ ਦੇ ਦੌਰਾਨ ਆਪਣੇ ਫਰਜ਼ ਬਾਖੂਬੀ ਨਿਭਾਈਏ, ਮਿਹਰ ਕਰਨੀ, ਸਭ ਨਾਲ ਪਿਆਰ ਦੇ ਨਾਲ ਮਿਲੀਏ, ਵਰਤੀਏ, ਐਸੀ ਅਸੀਸ ਬਖਸ਼ਣੀ, ਸਭ ਦਾ ਸਤਿਕਾਰ, ਇੱਜ਼ਤ, ਸਨਮਾਨ ਕਰੀਏ, ਐਸੀ ਬੁੱਧੀ ਦੇਣੀ, ਔਰ ਸਭ ਦੇ ਵਿੱਚ ਮਹਾਰਾਜ ਜੀ ਤੁਹਾਡਾ ਹੀ ਸਰੂਪ ਦੇਖੀਏ, ਐਸਾ ਵਿਵੇਕ ਬਖਸ਼ਣਾ। ਸੋ ਗੁਰੂ ਮਹਾਰਾਜ ਜੀ ਮਿਹਰ ਕਰਨ, ਦਇਆ ਕਰਨ, ਇਹ ਬਰਕਤਾਂ ਸਾਨੂੰ ਮਿਲ ਜਾਣ। ਗੁਰੂ ਮਹਾਰਾਜ ਸਾਡੀ ਝੋਲੀ ਵਿੱਚ ਪਾਉਣ। ਆਓ, ਬਹੁਤ ਪਿਆਰਾ ਸ਼ਬਦ, ਲੜੀਵਾਰ ਸ਼ਬਦ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 319 ਦੇ ਉੱਪਰ। ਇਹ ਸ਼ਬਦ ਜੋ ਹੈ ਅੰਕਿਤ ਹੈ ਪੰਜਵੇਂ ਪਾਤਸ਼ਾਹ ਦਾ ਸ਼ਬਦ। ਬਾਣੀ ਦੀਆਂ ਪੰਕਤੀਆਂ ਅਸੀਂ ਸਰਵਣ ਕੀਤੀਆਂ ਹਨ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ। ਖੱਖੜੀਆਂ ਮਤਲਬ ਹੁੰਦਾ ਵੀ ਜਿਹੜਾ ਅੱਕ ਦਾ ਬੂਟਾ ਹੁੰਦਾ, ਜੋ ਅੱਕ ਦਾ ਬੂਟਾ ਹੁੰਦਾ ਉਹਨੂੰ ਜਿਹੜਾ ਫਲ ਲੱਗਦਾ ਉਸ ਨੂੰ ਕਹਿੰਦੇ ਨੇ ਖੱਖੜੀਆਂ। ਉਸ ਲੱਗੇ ਹੋਏ ਫਲ ਅਸੀਂ ਤੋੜ ਕੇ ਕਈ ਤਰੀਕਿਆਂ ਦੇ ਨਾਲ ਉਸ ਨੂੰ ਵਰਤ ਸਕਦੇ ਹਾਂ, ਦਵਾਈ ਦੇ ਰੂਪ ਦੇ ਵਿੱਚ ਵੀ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ। ਅੱਕ ਦੀ ਟਹਿਣੀ ਦੇ ਨਾਲ ਉਹ ਫਲ ਲਗਾ ਹੁੰਦਾ, ਜਦੋਂ ਤੱਕ ਲਗਾ ਹੁੰਦਾ ਉਦੋਂ ਤੱਕ ਚੰਗਾ ਹੁੰਦਾ। ਜਦੋਂ ਉਸ ਨੂੰ ਤੋੜ ਲਿਆ ਜਾਂਦਾ ਫਿਰ ਕੁਝ ਹੋਰ ਹੁੰਦਾ। ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਕਿਸੇ ਵੀ ਰੁੱਖ, ਦਰਖਤ, ਪੇੜ ਨੂੰ ਜਦੋਂ ਤੱਕ ਫਲ ਲਗਾ ਹੁੰਦਾ ਉਦੋਂ ਤੱਕ ਉਸ ਰੁੱਖ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ। ਠੇਕੇ ਮਾਰੇ ਜਾਂਦੇ ਹਨ। ਸਾਡੇ ਦੁਆਬੇ ਦੇ ਵਿੱਚ ਅੰਬ ਬਹੁਤ ਹੁੰਦੇ ਸਨ, ਅੱਜ ਘੱਟ ਨੇ। ਜੋ ਦਰਖਤ ਹੁੰਦੇ ਸਨ, ਜਿਹੜੇ ਦਰਖਤ ਨੂੰ ਚੰਗਾ ਸੋਹਣਾ ਫਲ ਹੁੰਦਾ, ਉਹਦਾ ਠੇਕਾ ਮਾਰ ਲਿਆ ਜਾਂਦਾ ਵੀ ਇਹ ਰੁੱਖ ਦਰਖਤ ਇੰਨੇ ਦਾ ਸਾਨੂੰ ਦਿਓ। ਜਿਸ ਨੂੰ ਘੱਟ ਫਲ ਲੱਗੇ ਹੋਣ ਉਸ ਦਾ ਮੁੱਲ ਘੱਟ ਪੈਂਦਾ। ਜਿਸ ਨੂੰ ਫਲ ਹੀ ਨਾ ਲੱਗੇ ਹੋਣ ਉਹਨੂੰ ਬਾਲਣ ਵਿੱਚ ਵਰਤਿਆ ਜਾਂਦਾ। ਕਬੀਰ ਜੀ ਦੀ ਪੰਕਤੀ ਪੜ੍ਹਦੇ ਹਾਂ, ਜਿਸ ਰੁੱਖ ਨੂੰ ਫਲ ਹੀ ਨਾ ਲੱਗਣ, ਘਰ ਦੇ ਵਿੱਚ ਅਸੀਂ ਮੁੱਲ ਲਿਆ ਕੇ ਕਈ ਵਾਰ ਬੂਟਾ ਲਾਉਂਦੇ ਹਾਂ, ਕਈ ਵਾਰ ਉਹਨੂੰ ਫਲ ਨਹੀਂ ਲੱਗਦਾ, ਫਿਰ ਨਰਸਰੀ ਵਿੱਚ ਜਾ ਕੇ ਪਤਾ ਕਰਦੇ ਹਾਂ, ਉਹ ਕਹਿੰਦਾ ਵੀ ਆਹ ਬੂਟਾ ਵਧੀਆ, ਇਹ ਲੈ ਜਾ, ਇਹਨੂੰ 6 ਮਹੀਨੇ ਬਾਅਦ ਹੀ ਲੱਗ ਜਾਏਗਾ। ਅਸੀਂ ਜਿਹਨੂੰ ਨਹੀਂ ਲੱਗਦਾ ਉਹਨੂੰ ਕੱਟ ਕੇ ਵੱਢ ਕੇ ਤੇ ਬਾਲਣ ਬਣਾ ਲੈਂਦੇ ਆ। ਬਸ ਗੁਰੂ ਮਹਾਰਾਜ ਜੀ ਦੀ ਬਾਣੀ ਕਹਿੰਦੀ ਆ, ਭਗਤ ਕਬੀਰ ਜੀ ਕਹਿੰਦੇ ਨੇ, ਇਸੇ ਤਰ੍ਹਾਂ ਤੇਰਾ ਜਨਮ ਹੈ ਕਬੀਰ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰੇ, ਬਹੁ ਨਾ ਲਾਗੇ ਡਾਰ। ਅੱਜ ਸਾਨੂੰ ਆਪਣੇ ਸਰੀਰ ਸਾਰਿਆਂ ਨੂੰ ਸੋਹਣੇ ਲੱਗਦੇ ਨੇ, ਚੰਗੇ ਲੱਗਦੇ ਨੇ, ਸੋਹਣਾ ਖਾਂਦੇ ਹਾਂ, ਚੰਗਾ ਖਾਂਦੇ ਹਾਂ, ਸੋਹਣਾ ਪਹਿਨਦੇ ਹਾਂ, ਇਸ ਕਰਕੇ ਆਪਣਾ ਸਰੀਰ ਬੜਾ ਸੋਹਣਾ ਲੱਗਦਾ। ਇੱਕ ਦਿਨ ਜਿਸ ਦਿਨ ਇਸ ਸਰੀਰ ਨੇ ਨਿਰਵਲ ਹੋਣਾ, ਭਗਤ ਭੀਖਣ ਜੀ ਕਹਿੰਦੇ ਨੇ, ਉਸ ਦਿਨ ਤੇਰੀ ਸੋਚ, ਤੇਰੀ ਅਵਸਥਾ, ਤੇਰੇ ਹਾਵ ਭਾਵ ਕੁਝ ਅਲੱਗ ਹੋਣਗੇ। ਭਗਤ ਭੀਖਣ ਜੀ ਨੇ ਆਪਣੀ ਬਾਣੀ ਵਿੱਚ ਉਚਾਰਨ ਕੀਤਾ, ਨੈਣੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧਵਾਨੀ। ਨੈਣ ਜਿਹੜੇ ਨੇ, ਅੱਖੀਆਂ ਜਿਹੜੀਆਂ ਨੇ, ਇਹਨਾਂ ਦੇ ਵਿੱਚੋਂ ਇੱਕ ਦਿਨ ਜਲ ਮਤਲਬ ਪਾਣੀ ਜਿਹੜਾ ਉਹ ਵਗਣਾ ਸ਼ੁਰੂ ਹੋ ਜਾਂਦਾ। ਇੱਕ ਦਿਨ ਇੱਦਾਂ ਦੀ ਅਵਸਥਾ ਆਉਂਦੀ ਹੈ। ਤਨ ਜਿਹੜਾ ਹੈ ਉਹ ਨਿਰਵਲ ਹੁੰਦਾ, ਨਿਰਬਲ ਮਤਲਬ ਬਲ ਘਟ ਜਾਂਦਾ, ਬਲ ਛੁੱਟ ਕੇ ਉਹ ਬੰਧਨ ਪਰ। ਜੰਝ ਵੀ ਬਾਣੀ ਵਿੱਚ ਲਿਖਿਆ, ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਨ। ਇਸ ਦੇ ਜਿਹੜੇ ਕਦਮ ਨੇ ਇਹ ਹਿਲਦੇ ਨੇ, ਡਗਮਗਾਉਂਦੇ ਨੇ, ਸਿੱਧਾ ਨਹੀਂ ਤੁਰਿਆ ਜਾਂਦਾ। ਸਿਰ ਕੰਬਦਾ, ਰਸਨਾ ਕੰਬਦੀ ਹੈ, ਨੈਣ ਜੋਤ ਤੇ ਹੀਨ। ਨੈਣਾਂ ਦੇ ਵਿੱਚ ਜਿਹੜੀ ਦੇਖਣ ਵਾਲੀ ਦ੍ਰਿਸ਼ਟੀ ਹੁੰਦੀ ਹੈ ਉਹ ਘਟਦੀ ਘਟਦੀ ਇੱਕ ਦਿਨ ਬੁੱਝ ਜਾਂਦੀ ਹੈ। ਇਸ ਕਰਕੇ ਅੱਜ ਸਾਡੇ ਪਾਸ ਸਾਰੇ ਹੀ ਸਰੀਰ ਦੇ ਅੰਗ ਸਹੀ ਸਲਾਮਤ ਹਨ। ਇਸ ਕਰਕੇ
ਸਾਨੂੰ ਨਹੀਂ ਕੁਛ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਵੀ ਸਾਡੇ ਕੋਲ ਕੁਝ ਚੀਜ਼ ਨਹੀਂ ਹੈ, ਪਰ ਜਿਸ ਦਿਨ ਆਪਣੇ ਸਰੀਰ ਦੇ ਅੰਗ ਜਿਹੜੇ ਨੇ, ਹੌਲੀ ਹੌਲੀ ਅੰਗ ਜਿਹੜੇ ਨੇ, ਇਹਨਾਂ ਸਭ ਨੇ ਹੀ ਜਵਾਬ ਦੇਣਾ, ਚਾਹੇ ਕਿਸੇ ਨੇ ਕੋਈ ਖੁਰਾਕ ਖਾਧੀ ਹੈ ਚਾਹੇ ਨਹੀਂ। ਧਿਆਨ ਦੇਣਾ, ਸਰੀਰ ਦੇ ਅੰਗ ਹੈ, ਇਹ ਗ੍ਰੰਥਾਂ ਵਿੱਚ, ਬਾਣੀ ਵਿੱਚ ਲਿਖਿਆ, ਹੌਲੀ 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 ਮਹਾਰਾਜ ਜੀ ਕਹਿੰਦੇ ਇਹ ਘਟਨਾ ਘਟਨਾ। ਸਰੀਰ ਨੇ ਵੀ ਘਟਨਾ, ਦਿਨਾਂ ਨੇ ਵੀ ਘਟਨਾ, ਸਾਲਾਂ ਨੇ ਵੀ ਘਟਨਾ, ਮਹੀਨਿਆਂ ਨੇ ਵੀ ਘਟਨਾ। ਔਦ ਘਟੇ ਦਿਨ ਸਿਰੈ ਨਾਰੇ। ਜਿੰਨੀ ਸਾਡੀ ਉਮਰ ਹੈ, ਅੱਜ 9 ਤਰੀਕ 'ਚ ਇਹ ਚਲੀ ਗਈ ਨਾ, ਤੇ ਸਾਡੇ ਜ਼ਿੰਦਗੀ ਦਾ ਇੱਕ ਦਿਨ ਹੋਰ ਘਟ ਗਿਆ ਹੈ। ਬਾਣੀ ਵਿੱਚ ਲਿਖਿਆ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਪਿੱਛੇ ਤੇ ਜਿਹੜਾ ਹੋ ਗਿਆ ਜੀ ਹੋ ਗਿਆ, ਉਹ ਤੇ ਯਾਦਾਂ ਦੇ ਵਿੱਚ ਹੀ ਰਹਿ ਗਿਆ। ਅੱਗੋਂ ਨੇੜਾ ਆਇਆ, ਅਗਲਾ ਪਾਸਾ ਬਹੁਤ ਨਜ਼ਦੀਕ ਤੇ ਤੇਜ਼ੀ ਨਾਲ ਆ ਰਿਹਾ। ਧਿਆਨ ਦੇਣਾ, ਬਚਪਨ ਤੋਂ ਜਵਾਨੀ ਬੜੀ ਤੇਜ਼ੀ ਨਾਲ ਆਉਂਦੀ ਹੈ, ਜਵਾਨੀ ਤੋਂ ਬੁਢਾਪਾ ਵੀ ਬੜੀ ਤੇਜ਼ੀ ਨਾਲ ਆਉਂਦਾ ਹੈ, ਤੇ ਮੌਤ ਵੀ ਹਰ ਇੱਕ ਦੀ, ਚਾਹੇ ਕੋਈ ਬਾਲਪਨ ਵਿੱਚ ਹੈ, ਚਾਹੇ ਜੋਬਨ ਵਿੱਚ ਹੈ, ਚਾਹੇ ਬੁਢੇਪੇ ਵਿੱਚ ਹੈ, ਇਹ ਸਾਰਿਆਂ ਦੇ ਸਿਰ ਦੇ ਉੱਪਰ ਤਲਵਾਰ ਲਟਕਦੀ ਹੀ ਲਟਕਦੀ ਹੈ। ਬਾਣੀ ਵਿੱਚ ਲਿਖਿਆ, ਔਦ ਘਟੈ ਦਿਨ ਸਿਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਔਦ ਘਟੇ ਤਨ ਛੀਜੇ। ਮਤਲਬ ਤਨ ਜਿਹੜਾ, ਜਿਵੇਂ ਕੋਈ ਚੀਜ਼ ਜਿਹੜੀ ਛਿਜਦੀ ਹੈ, ਕਮਜ਼ੋਰ ਹੁੰਦੀ ਹੈ, ਤਨ ਵੀ ਇਸੇ ਤਰ੍ਹਾਂ ਜਿਹੜਾ ਉਹ ਕਮਜ਼ੋਰ ਹੁੰਦਾ ਹੈ। ਸੋ ਗੁਰੂ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਦੀ ਪੰਕਤੀ, ਬਿਰਹੈ ਵਿਛੋੜਾ ਧਨੀ ਸਿਓ ਨਾਨਕ ਸੈਸੇ ਗੰਠ। ਪਾਤਸ਼ਾਹ ਜੀ ਕਹਿੰਦੇ, ਜਿਵੇਂ ਅੱਕ ਦੇ ਬੂਟੇ ਨਾਲੋਂ ਅੱਕ ਦਾ ਲੱਗਿਆ ਫਲ ਵੱਖ ਹੋ ਜਾਂਦਾ ਹੈ, ਤੇ ਇਹ ਫਿਰ ਉਹ ਤੁੰਬਾ ਤੁੰਬਾ ਹੋ ਜਾਂਦਾ, ਅਲੱਗ ਹੋ ਜਾਂਦਾ, ਔਰ ਇੱਕ ਦੂਜੇ ਨੂੰ ਉਹ ਮਿਸ ਕਰਦੇ। ਜਿਵੇਂ ਇੱਕ ਦਰਖਤ ਨੂੰ ਪੱਤੇ ਲੱਗੇ ਹੁੰਦੇ ਨੇ, ਫੁੱਲ ਲੱਗੇ ਹੁੰਦੇ ਆ, ਫਲ ਲੱਗੇ ਹੁੰਦੇ ਆ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਬੂਟੇ ਦੇ ਤਣਿਆਂ ਦੇ ਨਾਲ ਖਿੜੇ ਹੋਏ ਫੁੱਲ ਬਹੁਤ ਚੰਗੇ ਲੱਗਦੇ ਹਨ। ਜਦ ਪਤਝੜ ਦੀ ਰੁੱਤ ਦੇ ਵਿੱਚ ਪੱਤੇ ਵੀ ਝੜ ਜਾਂਦੇ ਹਨ, ਡੰਡੇ ਜਿਹੇ ਰਹਿ ਜਾਂਦੇ ਹਨ, ਉਹ ਬੂਟਾ ਇੰਨਾ ਸੋਹਣਾ ਨਹੀਂ ਲੱਗਦਾ, ਉਹ ਬਾਲਣ ਜਿਹਾ ਦਿਸਦਾ, ਬਾਲਣ ਜਿਹਾ ਦਿਸਦਾ। ਜਿਵੇਂ ਇੱਕ ਬੂਟੇ ਨੂੰ ਜਾਂ ਰੁੱਖ ਨੂੰ ਫਲ ਲੱਗਣ ਤੇ ਫੁੱਲ ਲੱਗਣ ਤੇ ਉਹਦੀ ਖੂਬਸੂਰਤੀ ਬਣਦੀ ਹੈ, ਚੰਗੇ ਲੱਗਦੇ ਨੇ। ਨਹੀਂ ਤੇ ਪਤਝੜ ਦੇ ਵਿੱਚ ਝੜੇ ਹੋਏ ਪੱਤੇ ਜਿਹੜੇ ਨੇ ਦਰਖਤਾਂ ਦੀ ਖੂਬਸੂਰਤੀ ਨੂੰ ਘਟਾਉਂਦੇ ਨੇ, ਤੇ ਬਸੰਤ ਰੁੱਤ ਦੇ ਵਿੱਚ ਆਏ ਫੁੱਲ ਫਲ ਉਸ ਦੀ ਖੂਬਸੂਰਤੀ ਨੂੰ ਵਧਾਉਂਦੇ ਨੇ। ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ। ਜਿਨ੍ਹਾਂ ਦੀ ਜ਼ਿੰਦਗੀ ਦੇ ਕੰਤ ਮਤਲਬ ਪਰਿਪੂਰਨ ਪਰਮਾਤਮਾ ਆਇਆ, ਆ ਚੁੱਕਾ ਹੈ, ਉਹਨਾਂ ਦੀ ਦੇਹੀ, ਉਹਨਾਂ ਦਾ ਸਰੀਰ, ਮਹਾਰਾਜ ਜੀ ਕਹਿੰਦੇ ਧਨ ਹੈ, ਖੂਬਸੂਰਤ ਹੈ, ਸੋਹਣਾ। ਵਾਹੋ ਵਾਹੋ ਕਰੇ ਜੇ ਸਈ ਜਨ ਸੋਹਣੇ, ਵਾਹੋ ਵਾਹੋ ਕਰੇ ਸਈ ਜਨ ਸੋਹਣੇ। ਤਿਨ ਕੋ ਪਰਜਾ ਪੂਜਣ ਆਈ, ਉਹ ਸੋਹਣੇ ਨੇ ਜਿਨ੍ਹਾਂ ਨੂੰ ਸਤਸੰਗਤ ਜੀ ਫਲ ਲੱਗੇ ਹੋਏ ਨੇ। ਮਤਲਬ ਜਿਨ੍ਹਾਂ ਮਨੁੱਖਾਂ ਦੇ ਕੋਲ ਰੱਬੀ ਗੁਣ ਹੈ, ਪਰਮਾਤਮਾ ਦੇ ਬਖਸ਼ੇ ਹੋਏ ਗੁਣ ਹਨ, ਪਾਤਸ਼ਾਹ ਜੀ ਕਹਿੰਦੇ ਉਹ ਸੋਹਣੇ ਲੱਗਦੇ ਨੇ। ਉਹ ਗੁਰੂ ਨੂੰ ਵੀ ਸੋਹਣੇ ਲੱਗਦੇ ਨੇ, ਵੀ ਜੱਗ ਦੇ ਵਿੱਚ ਵੀ ਸੋਹਣੇ ਲੱਗਦੇ ਨੇ। ਜਿਵੇਂ ਕਿਸੇ ਦੇ ਨਾਲ ਚੰਗਾ ਮਿਲਾਪ ਰੱਖਣਾ, ਕਿਸੇ ਦੇ ਨਾਲ ਹਮਦਰਦੀ ਕਰਨੀ, ਕਿਸੇ ਦੇ ਦੁੱਖ ਜਾਂ ਸੁੱਖ ਵਿੱਚ ਜਾਣਾ ਬਹਿਣਾ, ਮਿੱਠਾ ਬੋਲਣਾ, ਸਾਰਿਆਂ ਦਾ ਸਤਿਕਾਰ ਪਿਆਰ ਕਰਨਾ, ਇੱਕ ਫਲ ਹੈ, ਇਹ ਗੁਣ ਇੱਕ ਫਲ ਹੈ। ਸੋ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ, ਜੇ ਇਹ ਗੁਣ ਚਲੇ ਜਾਣ, ਧਿਆਨ ਦੇਣਾ, ਜਿਸ ਮਨੁੱਖ ਦੀ ਜ਼ੁਬਾਨ ਦੇ ਵਿੱਚੋਂ ਮਿੱਠੇ ਬੋਲਣ ਵਾਲਾ ਗੁਣ ਚਲਾ ਜਾਏ,
चंगा देखने वाला गुण चला जाए, चंगा सुनने वाला गुण चला जाए। जिवें एक रुख नूं लगे हुए फल पत्ते फुल ना होण ते जिवें ओह सानूं प्रतीत हुंदा, इसे तरह ही गुणां तों सखणा मनुख भी किसी कम दा सानूं प्रतीत जां रब नूं भी किसी कम दा ओह प्रतीत नहीं हुंदा। मनुख दा नाम ही है, मनुख दा मतलब ही है धर्मी होना, कर्मी होना, पुन दान दया वाला होना। उस नूं मनुख बाणी विच कहा ही नहीं जिन्हां दे कोल गुण ना होण। उन्हां नूं ते बाणी दे विच बड़ा कुछ आख्या, रोज़ तुसीं सुणदे। महला पंजवां। विसारिंदे मर गए, मर गए मर भे ना सकै मूल। पातशाह जी कहते जिहड़े परमात्मा नूं विसारदे ने ਉਹ ਬੰਦੇ मरे हुए ने और उन्होंने महाराज जी कहते मुकम्मल तौर पर पूर्ण तौर पर मरे भी नहीं, मरे भी नहीं। विसारिंदे मतलब विसारन वाले, विसारिंदे मर गए मर भे ना सकै मूल। ਉਹ ਅਸਲ ਦੇ ਵਿੱਚ ਹੁੰਦੇ ਤੇ ਮੋਏ ਨੇ, ਹੁੰਦੇ ਤੇ ਮਰੇ ਹੀ ਨੇ, ਪਰ ਉਹ ਪੂਰਨ ਤੌਰ ਤੇ ਮਰ ਵੀ ਨਹੀਂ ਸਕਦੇ। ਧਿਆਨ ਦੇਣਾ, ਕਈ ਵਾਰ ਬੰਦਾ ਕਹਿੰਦਾ ਇਹ ਜ਼ਿੰਦਗੀ ਮੇਰੀ ਬੜੀ ਖਰਾਬ ਹੈ, ਮੈਂ ਤੇ ਮਰ ਵੀ ਨਹੀਂ ਸਕਦਾ। ਇੱਦਾਂ ਵੀ ਸੁਣਿਆ, ਆਹ ਪੰਕਤੀ ਉੱਤੇ ਢੁਕੀ ਹੈ। ਮਹਾਰਾਜ ਜੀ ਕਹਿੰਦੇ ਮਾਂ ਵੀ ਸਾਰਿੰਦੇ ਮਰ ਗਏ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਭੁਲਾਇਆ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਵਿਸਾਰਿਆ, ਉਹ ਪ੍ਰਮਾਤਮਾ ਦੁਆਰਾ ਮਾਰੇ ਤੇ ਹੋਏ ਨੇ, ਪਰ ਉਹ ਮਰਿਆਂ ਨਾਲੋਂ ਵੀ ਭੈੜੇ ਨੇ। ਉਹ ਮਰਦੇ ਨਹੀਂ, ਮਰਦੇ ਦਾ ਮਤਲਬ ਉਹਨਾਂ ਨੂੰ, ਉਹਨਾਂ ਦੇ ਕੋਲੋਂ ਉਹ ਪਰੇਸ਼ਾਨੀ ਦੁੱਖ ਤਕਲੀਫ ਦੂਰ ਨਹੀਂ ਹੁੰਦਾ, ਇਸ ਕਰਕੇ ਉਹ ਮਰੇ ਹੋਏ ਨੇ। ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉੱਪਰ ਸੂਲ। ਤਸਕਰ ਦਾ ਮਤਲਬ ਹੁੰਦਾ ਚੋਰ। ਜਦੋਂ ਚੋਰ ਨੂੰ ਪਕੜਿਆ ਜਾਂਦਾ, ਚੋਰ ਨੂੰ ਫੜਿਆ ਜਾਂਦਾ, ਚੋਰ ਨੂੰ ਅਲੱਗ-ਅਲੱਗ ਸਜ਼ਾ ਦਿੱਤੀ ਜਾਂਦੀ ਹੈ। ਮਹਾਰਾਜ ਜੀ ਫਰਮਾਨ ਕਰਦੇ ਨੇ ਜਿਹੜੇ ਬੇਮੁਖ ਹੁੰਦੇ ਨਾ ਰੱਬ ਤੋਂ, ਜਿਹੜੇ ਪ੍ਰਮਾਤਮਾ ਤੋਂ ਦੂਰ ਰਹਿੰਦੇ ਨੇ, ਵੀ ਪ੍ਰਮਾਤਮਾ ਤੋਂ ਕੀ ਲੈਣਾ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਨੇ ਉਹ ਚੋਰ ਦੀ ਤਰ੍ਹਾਂ, ਜਿਉਂ ਤਸਕਰ ਉਹ ਚੋਰ ਹੁੰਦੇ ਨੇ ਤੇ ਉਹਨਾਂ ਦਾ ਅਪਰਾਧ ਜਿਹੜਾ ਹੈ, ਪਾਪ ਜਿਹੜਾ ਜਗ ਜ਼ਾਹਰ ਹੋ ਜਾਂਦਾ। ਜਿਉਂ ਤਸਕਰ ਉੱਪਰ ਸੂਲ, ਜਿਵੇਂ ਉਹ ਸੂਲੀ 'ਤੇ ਟੰਗੇ ਜਾਂਦੇ ਨੇ ਜਾਂ ਚਾੜੇ ਜਾਂਦੇ ਨੇ, ਇਸ ਤਰ੍ਹਾਂ ਦੇ ਹਨ ਬੇਮੁਖ ਸੰਸਾਰੀ ਲੋਕ, ਜਿਹੜੇ ਆਪਣੇ ਇਸ਼ਟ ਰਾਮ ਭਗਵਾਨ ਈਸ਼ਵਰ ਅੱਲਾ ਪਰਮੇਸ਼ਰ ਖੁਦਾ ਗੋਡ ਵਾਹਿਗੁਰੂ ਨੂੰ ਭੁੱਲ ਜਾਂਦੇ ਨੇ। ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਚੋਰ ਨੂੰ ਕੋਈ ਸੂਲੀ ਦੇ ਉੱਪਰ ਚੜ੍ਹਾ ਦੇਵੇ, ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਸੂਲੀ ਦੇ ਵਾਂਗੂ ਹੁੰਦੀ, ਸੂਲੀ 'ਤੇ ਚੜ੍ਹਿਆ ਰਹਿੰਦਾ। ਬੇਮੁਖ ਬਾਣੀ ਵਿੱਚ ਲਿਖਿਆ, ਬੇਮੁਖ ਹੋਏ ਰਾਮ ਤੇ ਜਿਉ ਤਸਕਰੀ ਉੱਪਰ ਸੂਲ ਪੌੜੀ। ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ। ਪਰਮ ਪਿਤਾ ਪਰਮਾਤਮਾ ਸਾਡੇ ਲਈ ਇੱਕ ਖਜ਼ਾਨਾ ਹੈ। ਉਹ ਪਰਮਾਤਮਾ ਨਾਸ਼ ਰਹਿਤ ਹੈ, ਅਬਨਾਸੀ ਹੈ, ਇਹ ਸੁਣਿਆ ਸੀ। ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਕੋਏ। ਉਸ ਨੂੰ ਜਪਣ ਦੇ ਨਾਲ ਜਿਹੜਾ ਨਾਸ਼ ਰਹਿਤ ਹੈ, ਸਾਰਿਆਂ ਤਰ੍ਹਾਂ ਦੀ ਮੈਲ ਪਾਪ ਵਿਕਾਰ, ਇਹ ਮਹਾਰਾਜ ਜੀ ਕਹਿੰਦੇ ਨੇ ਖਤਮ ਹੁੰਦੀ ਹੈ, ਮੁੱਕਦੀ ਹੈ, ਸੁੱਕਦੀ ਹੈ, ਕੱਟੀ ਜਾਂਦੀ ਹੈ। ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ। ਪਰਮਾਤਮਾ ਹੀ ਇੱਕ ਸੁੱਖਾਂ ਦਾ ਖਜ਼ਾਨਾ ਹੈ ਜਿਹੜਾ ਅਸੀਂ ਰੋਜ਼ ਸੁਣੀਦਾ, ਜਿਸ ਦੇ ਬਾਰੇ ਅਸੀਂ ਰੋਜ਼ ਸੁਣੀਦਾ। ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ ਉਹ ਸੁੱਖਾਂ ਦਾ ਖਜ਼ਾਨਾ ਹੈ। ਉਹ ਸੁੱਖਾਂ ਦਾ ਖਜ਼ਾਨੇ ਦਾ ਮਾਲਕ ਜਲ ਥਲ ਮਹੀਲ ਪੂਰਿਆ ਘਟ ਘਟ ਹਰ ਭਣਿਆ। ਉਹ ਜਲ ਵਿੱਚ, ਉਹ ਧਰਤੀ ਵਿੱਚ, ਉਹ ਧਰਤੀ ਦੇ ਤਲ ਤੋਂ ਉੱਪਰ, ਮਤਲਬ ਹਰ ਜਗ੍ਹਾ ਹਰ ਘਟ ਦੇ ਵਿੱਚ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਉਹ ਮੌਜੂਦ ਹੈ।
जल थल महिल पूरिया घट घट हर भणिया ऊच नीच सब एक समान कीट हस्ती बणिया। सो पातशाह जी फरमान करते हैं वो परमात्मा की दृष्टि, उस परमात्मा की मेहर, चाहे कोई नीच है चाहे कोई उच्च है, मतलब सुरत करके विचार करके। नीच बंदा बाणी विच लिखिया अपनी सोच करके हुंदा है, ना किसी जात करके, ना किसी धर्म करके, ना किसी होर चीज़ करके कोई नीच होंदा है, ना कोई किसी काम करके जां भी ये काम वो नीचा वाला काम करदा है भी वो काम करके। काम का मतलब मैं किरत नूं कह रहा दूजे नूं नहीं। ऊच नीच सब एक समान कीट हस्ती बनिया। कीट का मतलब कीड़ा जां कीड़ी, हस्ती का मतलब है वो हाथी, जिसनों बाणी विच असीं रोज़ शाम नूं पढ़दे हां रहरासत दे विच, चीटी ते कुंचर असथूला सब पर कृपा दिष्ट कर फूला। ऊच नीच सब एक समान। चाहे पत्थर का कीड़ा सैल पत्थर मैं जानती पाए ताका रिजक आगे कर धरिया। एक कीड़ी किन्ना क भोजन खांदी है, एक कीड़ी किन्ना क खांदी है, तो ਉਹਦੇ बदले ਜਿਹੜਾ हाथी है तो बहुत ज़्यादा खा जाता है। पर महाराज जी कहते दोनों के उपर दृष्टि जी है बराबर है। उस परमात्मा लई कीड़ी भी बराबर है तो उस परमात्मा लई हाथी भी बराबर है। अस्थावर जंगम कीट पतंगम घट घट राम समाना रे। जो जीव आत्मा, जो आत्मा एक चींटी कीड़ी दे विच है, वही हाथी ऊँट विच है जां वड्डे तो वड्डे जानवर विच है। जिन्नी जान किसी वड्डे जानवर जां इंसान नूं प्यारी हुंदी है, उन्नी ही जान प्यारी हुंदी है जीव जंतु ते पशु पंछियां नूं। बाणी विच भगत कबीर जी ने पता की लिखिया, जो सब मैं एक खुदाए कहत हाओ तो क्यों मुर्गी मारे। पंछियां दे विच जानवरां दे विच भी जीण दी इच्छा। एक होर पंक्ति पढ़दे हां, मरने ते जगत डरे जीविया लोड़ै सब कोई। बनस्पति भी नहीं चाहुंदी मेरा नाश होवे, दरिया नदियां भी नहीं चाहुंदियां असीं सुक जाइए, दरख्त नहीं चाहुंदे सानू फल ना लगन, हरियावल भी नहीं चाहुंदी पई कुछ सारा कुछ सुक जाए। सारी बनस्पति चाहुंदी है हरी भरी रहीए। हरे भरे दे नाल ही साडा मतलब है, साडा लेना देना। जे हरिया भरिया ना कोई होवे तो उस कोलों की लेना। शुरू विचार होए सी, जिस इंसान कोल गुण ही ना होण ਉਹਦੇ ਜਿੱਦਾਂ ਪੈਕਿੰਗ ਦੇ ਵਿੱਚੋਂ ਅਸਲੀ ਚੀਜ਼ ਕੱਢ ਦਈਏ ਦੇ ਵਿੱਚੋਂ ਖਾਲੀ। ਪੈਕਿੰਗ ਦੇ ਵਿੱਚੋਂ ਮਹਿੰਗੀ ਚੀਜ਼ ਹੋਵੇ, ਸਸਤੀ ਹੋਵੇ, ਬੋਟਲ ਹੋਵੇ ਜਾਂ ਕੋਈ ਹੋਰ ਹੋਵੇ, ਕੋਈ ਇਲੈਕਟ੍ਰੋਨਿਕ ਦੀ ਚੀਜ਼ ਹੋਵੇ, ਉਹਦੇ ਵਿੱਚੋਂ ਕੱਢ ਲਓ ਤੇ ਫਿਰ ਉਹਨੂੰ ਚੇਪੀ ਲਾ ਦਿਓ ਤੇ ਉਹਦੇ ਵਿੱਚੋਂ ਖਾਲੀ ਹੈ। ਖਾਲੀ ਦਾ ਮੁੱਲ ਥੋੜ੍ਹਾ ਪੈਂਦਾ ਹੈ। ਜਿਹੜੀ ਚੀਜ਼ ਭਰੀ ਹੁੰਦੀ ਹੈ ਉਹਦਾ ਹੀ ਮੁੱਲ ਹੁੰਦਾ ਹੈ। ਪੈਕਿੰਗ ਦੇ ਵਿੱਚ ਪੂਰੀ ਪੈਕਿੰਗ ਪ੍ਰੋਪਰ ਹੋਣੀ ਚਾਹੀਦੀ ਹੈ। सो जड़ा मनुखी शरीर है ये कहते रब रहिंदा है, ये कहते रब दे गुण पूर्ण ने। ते जे किसी ने इस हरियाली नूं अंदर प्रगट ना किया होवे, सिंचाई ना की होवे, पानी ना दिता होवे ते सारी धरती बंजर पई होवे ते गुरु महाराज जी कहते उस बंदे की भी कीमत कुछ नहीं पैंदी। नरू मरे नर काम ना आवे पशु मरे 10 काज सवारे। अपने कर्म की गत मैं क्या जानूं, मैं क्या जानूं बाबा रे। हाड़ जले जैसे लकड़ी का तूला, केस जले जैसे घास का पुल्ला। कहो कबीर तब ही नर जागे, जम का डंड मूंड में लागे। इंसान दी ये फितरत है, सुभाव है, उदों ही जागदा जदों ठा सोटा सिर ते पैंदा। जदों करदा ना हाय फिर कहंदा रब है। बाणी विच लिखिया पढ़दे हैं ना जो श्लोक शुरू होंदे ने,
ਪੰਜਵੇਂ ਪਾਤਸ਼ਾਹ ਦੀ ਬਾਣੀ ਪਹਿਲਾਂ ਹੁੰਦੀ ਹੈ ਨਾ, ਨੌਵੇਂ ਪਾਤਸ਼ਾਹ ਤੋਂ ਰਤੇ ਸਹੀ ਜੇ ਮੋਖਣਾ ਮੁੜਨ, ਇਹਨਾਂ ਪੰਕਤੀਆਂ ਦੇ ਵਿੱਚ ਲਾਗੇ ਆਉਂਦੀਆਂ ਨੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਣ ਮਧਾਣੀਆਂ ਤਿਉ ਮੱਥੇ ਧਰਮ ਰਾਏ। ਜਿਵੇਂ ਖਾਲੀ ਕਿਸੇ ਡੱਬੇ ਬਾਕਸ ਦੀ ਕੋਈ ਕੀਮਤ ਨਹੀਂ ਹੁੰਦੀ, ਜਿਸ ਇਨਸਾਨ ਦੇ ਅੰਦਰ ਗੁਣ ਨਹੀਂ, ਭਾਵੇਂ ਜਿੰਨਾ ਮਰਜ਼ੀ ਸ਼ਿੰਗਾਰ ਲਏ ਆਪਣੇ ਆਪ ਨੂੰ, ਜੋ ਮਰਜ਼ੀ ਕਰ ਲੈ, ਬਾਊ ਬਣ ਜਾਏ, ਸਰਦਾਰ ਬਣ ਜਾਏ, ਸਰਦਾਰਨੀ ਬਣ ਜਾਏ, ਜੋ ਮਰਜ਼ੀ ਬਣ ਜਾਏ, ਉਹ ਰੱਬ ਨੂੰ ਨਹੀਂ ਪਸੰਦ। ਮੈਂ ਪਹਿਲਾਂ ਪੰਕਤੀ ਪੜ੍ਹੀ ਹੈ, ਸੋਹਣੇ ਕਿਹੜੇ ਨੇ? ਵਾਹੋ ਵਾਹੋ ਕਰੇ ਸਈ ਜਨ ਸੋਹਣੇ, ਤਿਨ ਕੋ ਪਰਜਾ ਪੂਜਣ ਆਈ। ਰੱਬ ਨੇ ਮੇਰੀ ਪੱਗ ਨਹੀਂ ਦੇਖਣੀ, ਨਾ ਮੇਰੇ ਕੱਪੜੇ ਦੇਖਣੇ, ਤੇ ਨਾ ਮੇਰੀ ਘੜੀ ਦੇਖਣੀ ਹੈ, ਤੇ ਨਾ ਮੇਰਾ ਅਕਾਊਂਟ ਦੇਖਣਾ। ਪਰਮਾਤਮਾ ਨੇ ਇਹ ਦੇਖਣਾ ਵੀ ਇਸ ਦਾ ਜੀਵਨ ਕੈਸਾ, ਇਸ ਦਾ ਸੁਭਾਅ ਕੈਸਾ, ਇਸ ਦੀ ਸੋਚ ਪੋਜ਼ਿਟਿਵ ਹੈ ਕਿ ਹਰ ਸਮੇਂ ਇਹਦਾ ਦਿਮਾਗ ਪੁੱਠਾ ਹੀ ਚੱਲਦਾ। ਪੁੱਠੇ ਚੱਲਣ ਵਾਲਿਆਂ ਨੂੰ ਹੀ ਖਾਲੀ ਕਿਹਾ ਜਾਂਦਾ ਹੈ, ਪੋਜ਼ਿਟਿਵ ਤੇ ਸਿੱਧੇ ਚੱਲਣ ਵਾਲਿਆਂ ਨੂੰ ਗੁਰਮਤਿ ਮਾਰਗ ਦੇ ਪਾਂਧੀ ਆਖਿਆ ਜਾਂਦਾ ਹੈ। ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਊਚ ਨੀਚ ਸਭ ਇੱਕ ਸਮਾਨ। ਇਹ ਦ੍ਰਿਸ਼ਟੀ ਸਾਡੀ ਹੋ ਸਕਦੀ ਹੈ। ਜਿੱਦਣ ਸਾਡੀ ਇਹ ਦ੍ਰਿਸ਼ਟੀ ਹੋ ਗਈ, ਉਦਣ ਅਸੀਂ ਪਰਮਾਤਮਾ ਦਾ ਰੂਪ, ਇੱਥੋਂ ਤੱਕ ਬਾਣੀ ਵਿੱਚ ਲਿਖਿਆ, ਤੁਸੀਂ ਪਰਮਾਤਮਾ ਹੀ ਬਣ ਸਕਦੇ ਹੋ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਉਹ ਪੰਕਤੀਆਂ ਨਹੀਂ ਸਾਰੀਆਂ ਪੜ੍ਹੀ ਦੀਆਂ ਕਬੀਰ ਜੀ ਦੀਆਂ, ਇਹ ਤਾਹੇ ਮਿਲੇ ਭਗਵਾਨ ਰੋੜਾ ਹੋਏ ਰੋਬਾਟਕਾ ਤਜ ਮਨ ਕਾ ਵਿਮਾਨ। ਅਤੇ ਫਿਰ ਖੇਹ ਦੀ ਉਦਾਹਰਨ ਦਿੱਤੀ ਜਾਂਦੀ ਹੈ, ਫਿਰ ਪਾਣੀ ਦੀ ਦਿੱਤੀ ਜਾਂਦੀ ਹੈ। ਅਖੀਰ ਦੇ ਵਿੱਚ ਆਖਿਆ ਜਾਂਦਾ ਹੈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਵੇਂ ਦਾ ਸੁਭਾਅ ਪਰਮ ਪਿਤਾ ਪਰਮਾਤਮਾ ਦਾ, ਕਿਉਂਕਿ ਅਸੀਂ ਸਾਰੇ ਹੀ ਪਰਮਾਤਮਾ ਹਾਂ। ਬਾਣੀ ਵਿੱਚ ਲਿਖਿਆ, ਸੁਣੋ, ਜੋ ਦਿਸੇ ਸੋ ਤੇਰਾ ਰੂਪ। ਜਿੰਨਾ ਵੀ ਸੰਸਾਰ ਹੈ ਪਾਰ ਬ੍ਰਹਮ ਦਾ ਰੂਪ ਹੈ। ਇਹ ਵੀ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਪਰ ਰੱਬ ਹੋਣ ਦੇ ਲਈ, ਰੱਬ ਪ੍ਰਗਟ ਕਰਨ ਦੇ ਲਈ ਰੱਬ ਦੇ ਨਾਲ ਟੱਚ ਹੋਣਾ ਪੈਂਦਾ। ਰੱਬ ਦੇ ਨਾਲ ਟੱਚ ਹੋਣਾ ਪੈਂਦਾ। ਕਿਸੇ ਵਿੱਚ ਕਿਸੇ ਚੀਜ਼ ਨੂੰ ਖਿੱਚਣ ਦੀ ਚੁੰਬਕੀ ਤਾਕਤ ਲਿਆਉਣੀ ਹੋਵੇ, ਚੁੰਬਕ ਦੇ ਨਾਲ ਜੁੜਨਾ ਪੈਂਦਾ। ਲੋਹੇ ਦੀ ਚੀਜ਼ ਨੂੰ ਚੁੰਬਕ ਦੇ ਨਾਲ ਜੋੜ ਦਿੱਤਾ ਜਾਏ, ਕੁਝ ਦਿਨ ਬਾਅਦ ਉਹ ਵੀ ਲੋਹੇ ਦੀ ਧਾਤ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦੇਵੇਗੀ। ਮਤਲਬ ਉਹਦਾ ਜਿਉਂ ਲੋਹਾ ਪਾਰਸ ਛੂਏ। ਦੇਖੋ ਬਾਣੀ ਦੀ ਪੰਕਤੀ ਵੀ ਆ ਗਈ ਭਾਈ ਗੁਰਦਾਸ ਜੀ ਦੀ, ਜਿਉਂ ਲੋਹਾ ਪਾਰਸ ਛੂਹੈ ਤੇ ਚੰਦਨ ਵਾਸ ਨਿੰਮ ਮਹਿਕਾਈ। ਜਿਵੇਂ ਚੰਦਨ ਆਪਣੀ ਵਾਸ਼ਨਾ ਦੇ ਨਾਲ ਕੌੜੀ ਨਿੰਮ ਨੂੰ ਸੋ ਵਧੀਆ ਕਰ ਦਿੰਦਾ, ਸੁਗੰਧੀ ਵਾਲੀ ਕਰ ਦਿੰਦਾ। ਇਸੇ ਤਰ੍ਹਾਂ ਜਦੋਂ ਕਿਸੇ ਵਿੱਚ ਗੁਣ ਹੋਏਗਾ ਤੇ ਸਖਣਾ ਬੰਦਾ ਵੀ ਗੁਣ ਭਰਪੂਰ ਹੋ ਸਕਦਾ, ਜੇ ਉਹ ਕਿਸੇ ਦੀ ਮੱਤ ਲਏ। ਬਾਣੀ ਵਿੱਚ ਵੀ ਲਿਖਿਆ ਨਾ, ਗੁਰ ਕੀ ਮੱਤ ਤੂੰ ਲੇਹ ਇਆਨੇ। ਮਤਲਬ ਨਿਆਣਾ ਬਣ ਕੇ, ਜਿਵੇਂ ਬੱਚਾ ਹੁੰਦਾ ਨਾ, ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ, ਉਹਨੂੰ ਸਾਰੇ ਸਮਝਾਉਂਦੇ ਨੇ। ਗੁਰੂ ਮਹਾਰਾਜ ਜੀ ਕਹਿੰਦੇ, ਤੂੰ ਬੱਚਾ ਸਮਝ ਆਪਣੇ ਆਪ ਨੂੰ, ਗੁਰ ਕੀ ਮੱਤ ਤੂੰ ਲੈ ਇਹ ਆਨੇ। ਭਗਤ ਬਿਨਾ ਬਹੁਤ ਡੁੱਬੇ ਸਿਆਣੇ। ਜਿਹੜੇ ਬਹੁਤੇ ਸਿਆਣੇ ਕਹਿੰਦੇ, ਉਹ ਕਹਿੰਦੇ ਡੁੱਬ ਗਏ, ਮਤਲਬ ਪਾਰ ਨਹੀਂ ਹੋਏ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਮਤਲਬ ਭੋਲੇ ਭਾਏ ਮੇਰੇ ਰਗਰ ਆਇਆ। ਬਸ ਰੱਬ ਭੋਲਿਆਂ ਨੂੰ ਪਸੰਦ ਕਰਦਾ ਹੈ, ਚਤੁਰਾਈ ਕਰਨ ਵਾਲਿਆਂ ਨੂੰ ਵੀ ਉਹ ਦੇਖਦਾ ਹੈ, ਉਹ ਬਨਾਵਟੀ ਦਿਖਾਵਾ ਕਰਨ ਵਾਲਿਆਂ ਨੂੰ ਵੀ ਉਹ ਦੇਖਦਾ ਹੈ। ਇਸ ਕਰਕੇ ਪਰਮਾਤਮਾ ਤੋਂ ਕੁਝ ਛੁਪਿਆ ਨਹੀਂ। ਊਚ ਨੀਚ ਸਭ ਇੱਕ ਸਮਾਨ, ਕੀਟ ਹਸਤੀ ਬਣਿਆ, ਮੀਤ ਸਖਾ ਸੁਤ ਬੰਧਪੋ ਸਭ ਤਿਸ ਦੇ ਜਣਿਆ। ਮਿੱਤਰ ਮੀਤ ਸਖਾ ਮਤਲਬ ਸਾਥੀ, ਮੀਤ ਸਖਾ ਸੁਤ ਪੁੱਤਰ, ਬੰਧਪੋ ਸੰਬੰਧੀ। ਮੀਤ ਸਖਾ ਸੁਤ ਬੰਧਪੋ ਸਭ ਤਿਸ ਦੇ ਜਣਿਆ। ਸਾਰੇ ਹੀ ਪ੍ਰਭੂ ਪਰਮਾਤਮਾ ਨੇ ਹੀ ਪੈਦਾ ਕੀਤੇ ਹੋਏ ਹਨ। ਪੈਦਾ ਰੱਬ ਨੇ ਕੀਤੇ ਨੇ, ਪਰ ਨਾਲ ਹੀ ਪਾਤਸ਼ਾਹ ਨੇ ਵੀ ਕਲੀਅਰ ਕਰ ਦਿੱਤਾ, ਮਾਤ ਪਿਤਾ ਭਾਈ ਸੁਤ ਬਣਤਾ ਇਸ਼ਟ ਮੀਤ ਅਰ ਭਾਈ। ਇਹ ਤੇ ਪੂਰਵ ਜਨਮ ਕੇ ਮਿਲੇ ਸਹਿਯੋਗੀ, ਅੰਤੇ ਕੋ ਨਾ ਸਹਾਈ।
ना किसी का पिता ना किसी की माई, ये बाणी विच लिखिया सब कुछ। इस करके भगत कबीर जी ने इत्थे तक लिख दिता, कई बार मैं बापू का पुत्र बनया, कई बार वो मेरा पुत्र बनया। ऐसे घर हम बहुत बसाए। भगत जी कहते हैं जब हम राम गर्भ होया है, जदों असी इस संसार दे विच किसी भी तरीके, चाहे मनुखा जोनी दे विच कोई आया, चाहे पशु पंछियां जानवरां दी जोनी विच आया, ऐसे घर असी सारियां ने इदां दे घर बड़े पैदा किए। कदी किसी दे पुत्र बने, कदी किसी दे प्यो बने। ऐसे घर हम बहुत बसाए। जब हम राम गर्भ होए आए, मीत सखा सुत बंधबो सब तिसदे जणिया। ये सारे सज्जन मित्र भैन भाई रब ने पैदा किए, पर अंते को ना सहाई। ये भी याद रखना, भुल ना जावी, धोखे विच ना रही। आखिरी पंक्ति, तुस नानक देवै जिस नाम तिन हर रंग मणिया। तुस दा मतलब तुठ के, परम पिता परमात्मा तुस नानक देवे जिस नाम, तुठ के जिसनों नाम दिंदा। हुण तुठेगा किवें? भी धन मन होए निहाल जांगुर देखा सामने। हुण उत्थे कणक आई होई है सोसाइटी दे विच, जिहड़ा कोई हुण लैण नहीं जांदा, जे किते अनाउंसमेंट हो जाए, पता लग जाए, एक दूजे के उपर डिगदे है। उत्थे कहंदे मैनू पहला, मैनू पहला, मैनू पहला। पेंशन दी किते हो जाए ना भी अनाउंसमेंट भी आ गई है, पेंशन बुढ़ापा पेंशन खास करके, तो किद्दां लैना लगदियां ने। गुरु महाराज जी कहते ने, ये जदों गुरु नानक तुठा किन्नी दात। वाह जी, क्या प्यारी पंक्ति नाल जुड़ी है। गुरु नानक तुठा किन्नी दात। ये जिस ते गुरु तुठदा है, जिस ते जंज कह लीए जिस तो गुरु इंप्रैस होंदा। इंप्रैस होने लई बहुत वड्डी शख्सियत चाहिदी है। सामने वाले नूं इंप्रैस करन दे लई जुबान दे विच तालीम तहजीब चाहिदी है, मिठास चाहिदी है, सुभाव प्यारा चाहिए दूजे नूं इंप्रैस करन दे लई। ते जे बोली है अच्छी नहीं कुड़तन, फिर सत्संग जी सांझ की जगह वैर भी पै सकता, सांझ की जगह वैर भी पै सकता। क्योंकि आम पंजाबी लोग असी कहते हाँ जुबान का खट्टिया, जुबान का खट्टिया जो मर्जी बंदा कर लवे। जुबान इसनूं सत्संग जी तखत ते बिठाउंदी है, ते जुबान तखत तो बाणी विच लिखिया धरती ते लिआउंदी है, धरती ते लिआउंदी है। अखर इंप्रैस करते ने, चाहे वह काव रूप में होवे, कवि रूप में होवे, कथा रूप दे विच होवे। जदों गुरु गोबिंद सिंह महाराज जी नूं कविता राही 52 कवि इंप्रैस करते सी, गुरु महाराज जी ढालां दे नाल वो देखते नहीं, गिनती नहीं करते सी सोने दीयां मोहरां दी। जिवें लिखिआ कहंदे भर भर के झोलियां मोहरां दीयां जिहड़ियां सी वो दे दिंदे सन। इन्ना मतलब खुश हुंदे सी, मतलब सोहणे अच्छे अल्फाज लफ्ज़ां राहीं। ताई बाणी विच रोज़ असीं पढ़ीदा ना, मौके बोलन बोली है जिस सुन धरे प्यार। इहदे नाल एक सांझ बनदी है, गल वकड़ियां पैंदियां हन। ते जे ये गुण ना होण ते जिवें शुरू च बेनती कीती सी, जिवें एक दरख्त बाणी की पहली पंक्ति आई सी ना, फल तो बगैर, फुल तो बगैर, पत्तियां तो बगैर, हरियाली तो बगैर चंगा नहीं लगता, सखना लगता। लोग उन्होंने वढ़ के बालन बनाउंदे ने। लाया होया घर बूटा कोई भी फल वाला, जे उन्होंने साल 2 साल फल ना लगे, लोग उसनों कट देंदे ने, ते फिर जाके कोई वधिया किस्म का नर्सरी तो लिया के वो बूटा लगाउंदे ने, जिहड़ा 6 या साल विच ही 6 महीने साल विच ही फल दिंदा, उहदी कीमत पै जांदी है। इसे तरह ये मनुक्खा दे ही है। जे इस विच गुण प्रगट ना हो, जे इस विच गुण का प्रगट होना परमात्मा का प्रगट होना, बस ये गल है। लास्ट में गुण का प्रगट होना ही समझिया जा सकता, इस विच परमात्मा बोलदा है। सो इसी अज दे शब्द विचार, तुस नानक देवे जिस नाम तिन हर रंग मानिया। उन्होंने गुरु के सारे रंगां नूं चोजां नूं मानिया है। सो इसी अज दे लड़ीवार शब्द की विचार जो महाराज ने बड़ी प्यारी विचार आप ही करवाई है। कल का बड़ा प्यारा शब्द है पंजवें पातशाह का, जिन्हें सास गिरास न विसर, हर नामा मन मंत, धन से सही नानका पूर्ण सोई संत। गुरु महाराज जी एक एक अखर आप जी के हिरदे विच वसाए।
महाराज जी सरबत का भला करो, सारे संसार में सुख शांति वरताओ। महाराज जी बच्चों नूं चढ़दियां कला, कारोबार, कामयाबियां, गुरमत गुरसिक्की और अपना नाम दान इशनान, अमृत वेले दी दात, नितनेम आप जी दे गुण चाह दे नाल सुनीए ते गाइए। ऐसा विवेक बख्शो जी। वाहिगुरू जी का खालसा, वाहिगुरू जी की फतेह।